इस दौर ਦੇ ਵਿੱਚ ਬੀਜੇਪੀ ਸ਼ਾਮਲ ਹੋਏ ਹੋ ਜਦੋਂ ਬੀਜੇਪੀ ਬਹੁਤ ਟਫ ਸਿਚੁਏਸ਼ਨ ਦੇ ਵਿੱਚ ਹੈ ਔਰ ਕੀ ਸੋਚ ਕੇ ਸ਼ਾਮਲ ਹੋਏ ਫਿਰ ਬੀਜੇਪੀ ਦੇ ਵਿੱਚ ਤੁਹਾਡੇ ਪਿਤਾ ਜੀ ਕਹਿੰਦੇ ਕਿ ਮੇਰੀ ਤਾਂ ਬੇਟੀ ਨਹੀਂ ਹੈ ਹੁਣ ਅਮਨਜੋਤ ਕੌਰ ਇੰਝ ਆ ਵੀ ਨਾਹਾਂ ਨਾਲੋਂ ਮਾਸ ਤਾਂ ਕਦੇ ਟੁੱਟਦਾ ਨਹੀਂ ਹੁੰਦਾ ਔਰ ਕਈ ਵਾਰੀ ਗੁੱਸੇ ਦੇ ਵਿੱਚ ਇਨਸਾਨ ਕੁਝ ਸ਼ਬਦ ਕਹਿ ਦਿੰਦਾ ਬਾਅਦ 'ਚ ਸ਼ਾਇਦ ਬੰਦਾ ਉਹਨੂੰ ਚੰਗਾ ਵੀ ਨਹੀਂ ਸਮਝਦਾ ਮੇਰੇ ਕੋਲ ਚੁਆਇਸ ਸੀ ਜਾਂ ਤਾਂ ਮੈਂ ਕਿਸਾਨਾਂ ਨਾਲ ਖੜੀ ਹੋ ਜਾਂਦੀ ਝੰਡਾ ਚੁੱਕ ਕੇ ਤੇ ਜਾਂ ਮੈਂ ਉਹਨਾਂ ਦੀ ਗੱਲ ਉਹਨਾਂ ਦੇ ਹੱਕਾਂ ਲਈ ਮੈਂ ਬੀਜੇਪੀ 'ਚ ਜਾ ਕੇ ਬੇਨਤੀ ਕਰ ਸਕਦੀ ਮੈਂ ਆਪਣੇ ਮਾਣਯੋਗ ਐਗਰੀਕਲਚਰ ਮਿਨਿਸਟਰ ਤੋਮਰ ਸਾਹਿਬ ਨੂੰ ਮੈਂ ਮਿਲ ਕੇ ਆਈ ਔਰ ਉਹਨਾਂ ਨੇ ਮੈਨੂੰ ਭਰੋਸਾ ਵੀ ਦਿਵਾਇਆ ਕਿ ਅਸੀਂ ਛੇਤੀ ਤੋਂ ਛੇਤੀ ਇਹ ਮਸਲਾ ਹੱਲ ਕਰਨਾ ਚਾਹੁੰਦੇ ਹਾਂ ਕਿਸਾਨ ਜੇ ਬੈਠਣਾ ਚਾਹਣ ਅਸੀਂ ਬੈਠਣਾ ਚਾਹੁੰਦੇ ਹਾਂ ਜੇ ਉਹ ਡਿਸਕਸ਼ਨ ਕਰਨਾ ਚਾਹਣ ਅਮੈਂਡਮੈਂਟ ਕਰਨਾ ਚਾਹਣ ਤੇ ਅਸੀਂ ਇਹਦੇ ਵਿੱਚ ਪੂਰੇ ਰਾਜ਼ੀ ਤੁਸੀਂ ਸਿੱਧੇ ਤੌਰ ਤੇ ਕਹਿ ਰਹੇ ਹੋ ਕਿ ਕਿਸਾਨਾਂ ਦਾ ਮਸਲਾ ਹੱਲ ਕਰਾਉਣ ਵਾਸਤੇ ਬੀਜੇਪੀ ਦੇ ਵਿੱਚ ਗਏ ਹੋ ਪਰ ਲੋਕ ਯਕੀਨ ਕਿੱਦਾਂ ਕਰਨਗੇ ਤੁਹਾਡੇ ਪਿਤਾ ਜੀ ਤਾਂ ਬਹੁਤ ਭਾਵੁਕ ਹੋ ਗਏ ਸੀ ਤੁਹਾਡੇ ਮਾਤਾ ਜੀ ਬਹੁਤ ਰੋ ਰਹੇ ਸੀ ਸਿੱਧੇ ਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੀ ਬੇਟੀ ਨੇ ਲੋਕ ਤਾਂ ਇਹ ਕਹਾਵਤ ਹੁੰਦੀ ਹੈ ਕਿ ਪਿੱਠ 'ਚ ਛੁਰਾ ਮਾਰਿਆ ਮੇਰੇ ਤਾਂ ਉਹਨਾਂ ਨੇ ਢਿੱਡ ਦੇ ਵਿੱਚ ਮੇਰੇ ਸੀਨੇ 'ਚ ਛੁਰਾ ਮਾਰਿਆ ਮੈਂ 6 ਸਾਲ ਤੋਂ ਘਰੇ ਬੈਠੀ ਜੋ ਮੇਰੇ ਪਿਤਾ ਨੇ ਪੂਰਤ ਪਾਇਆ ਕਿ ਲੋਕਾਂ ਦੀ ਸੇਵਾ ਕਰਦੀ ਮੈਂ ਸੇਵਾ ਕਰ ਰਹੀ ਸੀ ਪਰ ਹੁਣ ਕਿਤੇ ਨਾ ਕਿਤੇ ਜਾ ਕੇ ਮੈਂ ਇੰਡੀਪੈਂਡੈਂਟ ਹੋ ਗਈ ਸ਼ਾਇਦ ਕਦੇ ਕਦੇ ਮਾਪਿਆਂ ਨੂੰ ਬੜਾ ਸ਼ੌਕ ਲੱਗਦਾ ਕਿ ਬੱਚਾ ਅਚਾਨਕ ਇੰਡੀਪੈਂਡੈਂਟ ਹੋ ਗਿਆ ਮੈਂ ਬੱਚੀ ਨਹੀਂ ਹਾਂ ਹੁਣ ਮੈਂ ਗ੍ਰੈਂਡ ਮਦਰ ਵੀ ਬਣ ਗਈ ਹਾਂ ਪਰ ਪਿਤਾ ਨਾਲ ਗੱਲ ਕਰ ਲੈਣੀ ਚਾਹੀਦੀ ਸੀ ਪਹਿਲਾਂ ਕਿਉਂਕਿ ਇਹਨਾਂ ਤਜਰਬਾ ਉਹਨਾਂ ਦਾ ਔਰ ਉਹਨਾਂ ਦੇ ਨਾਲ ਤੁਸੀਂ ਪੋਲਿਟਿਕਸ ਵੀ ਕੀਤੀ ਹੈ ਨਹੀਂ ਪੋਲੀਟੀਕਲੀ ਆਏ ਨਹੀਂ ਹੁੰਦਾ ਪੋਲੀਟੀਕਲੀ ਇੰਝ ਹੀ ਹੁੰਦਾ ਜਿਵੇਂ ਮੈਂ ਕੀਤਾ ਲੋਕਾਂ ਤੋਂ ਅਫਗਾਨਿਸਤਾਨ 'ਚੋਂ ਆਪਦੇ ਬੰਦੇ ਨਹੀਂ ਕੱਢ ਹੁੰਦੇ ਤੇ ਸਾਡੇ ਪ੍ਰਧਾਨ ਮੰਤਰੀ ਸਾਡੇ ਸਿੱਖਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 3 ਪਵਿੱਤਰ ਸਰੂਪ ਲੈ ਕੇ ਆਏ ਤੇ ਬਹੁਤ ਵੱਡੀ ਗੱਲ ਹੈ ਪੰਜਾਬ ਦੇ ਵਿੱਚ ਬੀਜੇਪੀ ਲਈ ਸਿਚੁਏਸ਼ਨ ਬਹੁਤ ਟਫ ਹੈ ਜਿੱਥੇ ਬੀਜੇਪੀ ਨੂੰ ਛੱਡ ਕੇ ਲੋਕ ਦੂਸਰੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਉਹਨਾਂ ਦੇ ਸੀਨੀਅਰ ਆਗੂ ਛੱਡ ਕੇ ਜਾ ਰਹੇ ਨੇ ਇਸ ਦੌਰ ਦੇ ਵਿੱਚ ਅਕਾਲੀ ਦਲ ਤੋਂ ਸੀਨੀਅਰ ਆਗੂ ਅਮਨਜੋਤ ਕੌਰ ਰਾਮੂਵਾਲੀਆ ਬੀਜੇਪੀ ਦੇ ਵਿੱਚ ਆਏ ਤਾਂ ਬੀਜੇਪੀ ਵਾਲਿਆਂ ਨੇ ਸਭ ਨੇ ਇਕੱਠੇ ਹੋ ਕੇ ਸਵਾਗਤ ਕੀਤਾ ਔਰ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਨੇ ਅਮਨਜੋਤ ਕੌਰ ਰਾਮੂਵਾਲੀਆ ਔਰ ਬਲਵੰਤ ਸਿੰਘ ਰਾਮੂਵਾਲੀਆ ਨੇ ਬਕਾਇਦਾ ਤੌਰ ਤੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੇਰੀ ਧੀ ਨੇ ਮੇਰੇ ਪਿੱਠ ਦੇ ਵਿੱਚ ਨਹੀਂ ਮੇਰੇ ਹਿੱਕ 'ਚ ਛੁਰਾ ਮਾਰਿਆ ਔਰ ਬਕਾਇਦਾ ਤੌਰ ਤੇ ਭਾਵੁਕ ਹੋ ਗਏ ਸੀ ਉਹਨਾਂ ਦੀ ਪਤਨੀ ਵੀ ਔਰ ਗੱਲਬਾਤ ਕਰਦੇ ਆ ਬੀਜੇਪੀ ਦਫ਼ਤਰ ਦੇ ਵਿੱਚ ਬੈਠੇ ਆ ਔਰ ਬੀਜੇਪੀ 'ਚ ਸ਼ਾਮਲ ਹੋਏ ਅਮਨਜੋਤ ਕੌਰ ਰਾਮੂਵਾਲੀਆ ਸਾਡੇ ਨਾਲ ਮੌਜੂਦ ਨੇ ਅਮਨਜੋਤ ਜੀ ਕੀ ਦੇਖਿਆ ਜਾਵੇ ਤੁਸੀਂ ਇਸ ਦੌਰ ਦੇ ਵਿੱਚ ਬੀਜੇਪੀ ਸ਼ਾਮਲ ਹੋਏ ਹੋ ਜਦੋਂ ਬੀਜੇਪੀ ਬਹੁਤ ਟਫ ਸਿਚੁਏਸ਼ਨ ਦੇ ਵਿੱਚ ਹੈ ਔਰ ਕੀ ਸੋਚ ਕੇ ਸ਼ਾਮਲ ਹੋਏ ਫਿਰ ਬੀਜੇਪੀ ਦੇ ਵਿੱਚ ਤੁਹਾਡੇ ਪਿਤਾ ਜੀ ਕਹਿੰਦੇ ਕਿ ਮੇਰੀ ਤਾਂ ਬੇਟੀ ਨਹੀਂ ਹੈ ਹੁਣ ਅਮਨਜੋਤ ਕੌਰ ਇੰਝ ਆ ਵੀ ਨਾਹਾਂ ਨਾਲੋਂ ਮਾਸ ਤਾਂ ਕਦੇ ਟੁੱਟਦਾ ਨਹੀਂ ਹੁੰਦਾ ਔਰ ਕਈ ਵਾਰੀ ਗੁੱਸੇ ਦੇ ਵਿੱਚ ਇਨਸਾਨ ਕੁਝ ਸ਼ਬਦ ਕਹਿ ਦਿੰਦਾ ਬਾਅਦ 'ਚ ਸ਼ਾਇਦ ਬੰਦਾ ਉਹਨੂੰ ਚੰਗਾ ਵੀ ਨਹੀਂ ਸਮਝਦਾ ਮੈਂ ਬੀਜੇਪੀ 'ਚ ਇਸ ਲਈ ਸ਼ਾਮਲ ਹੋਈ ਕਿ ਮੈਂ 84 ਵੀ ਦੇਖਿਆ ਔਰ ਆਈ ਵਾਜ਼ ਮੈਂ 16-17 ਸਾਲਾਂ ਦੀ ਸਾਂ ਮੈਂ ਔਰ ਐਮਰਜੈਂਸੀਆਂ ਵੀ ਦੇਖੀਆਂ ਅਸੀਂ 84 ਦੇ ਵਿੱਚ ਇੰਦਰਾ ਗਾਂਧੀ ਦੀ ਡੈਥ ਤੋਂ ਬਾਅਦ ਜਦੋਂ 84 ਦੇ ਦੰਗੇ ਹੋਏ ਉਦੋਂ ਅਸੀਂ ਲੋਕ ਟਾਇਰ ਗਲਾਂ 'ਚ ਟਾਇਰ ਪਾ ਕੇ ਔਰ ਉਹ ਵੀ ਦੇਖਿਆ ਔਰ ਦਿੱਲੀ ਕੈਂਪ ਵੀ ਦੇਖਿਆ ਜੋ ਲੋਕਾਂ ਦੇ ਉਜੜੇ ਹੋਏ ਲੋਕਾਂ ਦਾ ਉਸ ਟਾਈਮ ਬੀਜੇਪੀ ਦੇ ਕਾਰਜਕਰਤਾ ਜੋ ਸਿੱਖਾਂ ਨੂੰ ਬਚਾ ਵੀ ਰਹੇ ਸਨ ਕਿਉਂਕਿ ਉਦੋਂ ਵੀ ਬੀਜੇਪੀ ਨਾਲ ਸਮਝੌਤਾ ਸੀ ਭਾਰਤੀ ਜਨਤਾ ਪਾਰਟੀ ਨਾਲ ਮੈਂ ਪਿੱਛੇ ਤੁਸੀਂ ਦੇਖਿਆ ਹੋਣਾ ਆਪਾਂ ਸਾਰਿਆਂ ਨੇ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੀਜੇਪੀ ਗਵਰਨਮੈਂਟ ਨੇ ਪਹਿਲੀ ਵਾਰ ਹਿੰਦੁਸਤਾਨ ਦੇ ਵਿੱਚ ਸਰਕਾਰੀ ਪੱਧਰ ਤੇ ਮਨਾਇਆ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਔਰ ਕੋਰੀਡੋਰ ਖੋਲ੍ਹਿਆ ਜਿਹੜਾ ਕਿ ਅਗਰ ਜਦੋਂ ਦੇਸ਼ ਦੀ ਵੰਡ ਹੋਈ ਉਦੋਂ ਨਹਿਰੂ ਨੂੰ ਨਹੀਂ ਗਿਆ ਉਦੋਂ ਸਿੱਖਾਂ ਦਾ ਖਿਆਲ ਨਹੀਂ ਆਇਆ ਕਿ ਇਹਨਾਂ ਦਾ ਪਵਿੱਤਰ ਗੁਰਦੁਆਰਾ ਉੱਧਰ ਰਹਿ ਗਿਆ 3-4 ਕਿਲੋਮੀਟਰ ਦਾ ਦੂਰ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਕੋਰੀਡੋਰ ਖੋਲ੍ਹਿਆ ਜਿਸ ਸਰਕਾਰ ਦੇ ਨਾਲ ਗੁਆਂਢੀ ਦੇਸ਼ ਨਾਲ ਉਹਨਾਂ ਨਾਲ ਮਿੱਤਰਤਾ ਵੀ ਨਹੀਂ ਹੈ ਉਹਦੇ ਬਾਵਜੂਦ ਵੀ ਸਰਕਾਰਾਂ ਨੂੰ ਸਪੈਸ਼ਲ ਸਿੱਖਾਂ ਲਈ ਅਸੀਂ ਘੱਟ ਗਿਣਤੀ 'ਚ ਕੋਰੀਡੋਰ ਖੋਲ੍ਹਿਆ ਇਹ ਸਾਰੀਆਂ ਗੱਲਾਂ ਤੋਂ ਮੈਂ ਬਹੁਤ ਪ੍ਰਭਾਵਿਤ ਸੀ ਤੁਸੀਂ ਹੁਣ ਹੀ ਦੇਖ ਲਓ ਕਿ ਲੋਕਾਂ ਤੋਂ ਅਫਗਾਨਿਸਤਾਨ 'ਚੋਂ ਆਪਦੇ ਬੰਦੇ ਨਹੀਂ ਕੱਢ ਹੁੰਦੇ ਤੇ ਸਾਡੇ ਪ੍ਰਧਾਨ ਮੰਤਰੀ ਸਾਡੇ ਸਿੱਖਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 3 ਪਵਿੱਤਰ ਸਰੂਪ ਲੈ ਕੇ ਆਏ ਤੇ ਬਹੁਤ ਵੱਡੀ ਗੱਲ ਹੈ ਦੇਖਿਆ ਜਾਵੇ ਤਾਂ ਇਹਨਾਂ ਸਾਰੀਆਂ ਗੱਲਾਂ ਕਰਕੇ ਮੈਂ ਬੀਜੇਪੀ ਜੁਆਇਨ ਕੀਤੀ ਹੈ ਇੱਕ ਗੱਲ ਹੋਰ ਵੀ ਆ
ਕਿ ਕਿਸਾਨਾਂ ਦਾ ਮੁੱਦਾ ਚੱਲ ਰਿਹਾ, ਮੈਨੂੰ ਪਤਾ ਮੇਰੇ ਕੋਲ ਚੁਆਇਸ ਸੀ, ਜਾਂ ਤਾਂ ਮੈਂ ਕਿਸਾਨਾਂ ਨਾਲ ਖੜੀ ਹੋ ਜਾਂਦੀ ਝੰਡਾ ਚੁੱਕ ਕੇ, ਤੇ ਜਾਂ ਮੈਂ ਉਹਨਾਂ ਦੀ ਗੱਲ ਉਹਨਾਂ ਦੇ ਹੱਕਾਂ ਲਈ ਮੈਂ ਬੀਜੇਪੀ 'ਚ ਜਾ ਕੇ ਬੇਨਤੀ ਕਰ ਸਕਦੀ ਹਾਂ। ਤਾਂ ਹੁਣ ਮੈਂ ਉਹੀ ਕਰਕੇ ਆਈ ਹਾਂ ਕਿ ਮੈਂ ਆਪਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਮੈਂ ਆਪਣੇ ਮਾਣਯੋਗ ਐਗਰੀਕਲਚਰ ਮਿਨਿਸਟਰ ਤੋਮਰ ਸਾਹਿਬ ਨੂੰ ਮੈਂ ਮਿਲ ਕੇ ਆਈ, ਔਰ ਉਹਨਾਂ ਨੇ ਮੈਨੂੰ ਭਰੋਸਾ ਵੀ ਦਿਵਾਇਆ ਕਿ ਅਸੀਂ ਛੇਤੀ ਤੋਂ ਛੇਤੀ ਇਹ ਮਸਲਾ ਹੱਲ ਕਰਨਾ ਚਾਹੁੰਦੇ ਹਾਂ। ਕਿਸਾਨ ਜੇ ਬੈਠਣਾ ਚਾਹਣ, ਅਸੀਂ ਬੈਠਣਾ ਚਾਹੁੰਦੇ ਹਾਂ। ਜੇ ਉਹ ਡਿਸਕਸ਼ਨ ਕਰਨਾ ਚਾਹਣ, ਅਮੈਂਡਮੈਂਟ ਕਰਨਾ ਚਾਹਣ, ਤੇ ਅਸੀਂ ਇਹਦੇ ਵਿੱਚ ਪੂਰੇ ਰਾਜ਼ੀ ਹਾਂ। ਮਤਲਬ ਤੁਸੀਂ ਸਿੱਧੇ ਤੌਰ ਤੇ ਕਹਿ ਰਹੇ ਹੋ ਕਿ ਕਿਸਾਨਾਂ ਦਾ ਮਸਲਾ ਹੱਲ ਕਰਾਉਣ ਵਾਸਤੇ ਬੀਜੇਪੀ ਦੇ ਵਿੱਚ ਗਏ ਹੋ, ਪਰ ਲੋਕ ਯਕੀਨ ਕਿੱਦਾਂ ਕਰਨਗੇ? ਤੁਹਾਡੇ ਪਿਤਾ ਜੀ ਤਾਂ ਬਹੁਤ ਭਾਵੁਕ ਹੋ ਗਏ ਸੀ, ਤੁਹਾਡੇ ਮਾਤਾ ਜੀ ਬਹੁਤ ਰੋ ਰਹੇ ਸੀ। ਸਿੱਧੇ ਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੀ ਬੇਟੀ ਨੇ, ਲੋਕ ਤਾਂ ਇਹ ਕਹਾਵਤ ਹੁੰਦੀ ਹੈ ਕਿ ਪਿੱਠ 'ਚ ਛੁਰਾ ਮਾਰਿਆ, ਮੇਰੇ ਤਾਂ ਉਹਨਾਂ ਨੇ ਢਿੱਡ ਦੇ ਵਿੱਚ, ਮੇਰੇ ਸੀਨੇ 'ਚ ਛੁਰਾ ਮਾਰਿਆ। ਨਹੀਂ, ਇਹ ਮੈਂ ਸਮਝਦੀ ਹਾਂ ਕਿ ਮਾਤਾ ਪਿਤਾ ਬਹੁਤ ਵਾਰ ਨਾਰਾਜ਼ ਹੋ ਜਾਂਦੇ ਆ। ਮੈਨੂੰ ਅੱਗੇ ਪਹਿਲਾਂ ਮੈਂ ਪੋਲਿਟਿਕਸ ਕਰਦੀ ਸੀ ਆਪਦੇ ਪਿਤਾ ਦੀ ਛਤਰਛਾਇਆ ਥੱਲੇ। ਪਹਿਲਾਂ ਮੈਂ ਉਹਨਾਂ ਦੀ ਲੋਕ ਭਲਾਈ ਪਾਰਟੀ ਦੇ ਵਿੱਚ ਮੈਂਬਰ ਵੀ ਨਹੀਂ ਸਾਂ, ਪਰ ਮੈਂ ਕੰਮ ਕਰਦੀ ਸੀ। ਮੈਂ ਕੈਨੇਡੀਅਨ ਸਿਟੀਜ਼ਨਸ਼ਿਪ ਛੱਡੀ ਔਰ ਅਕਾਲੀ ਦਲ ਨੂੰ ਜੁਆਇਨ ਕਰਕੇ ਉਹਦੇ 'ਚ ਬੇਸ਼ੱਕ ਮੈਨੂੰ ਇੱਕ ਅਹੁਦਾ ਵੀ ਮਿਲਿਆ ਜਿਹਦੇ ਰਾਹੀਂ ਮੈਂ ਲੋਕਾਂ ਦੇ ਹੀ ਕੰਮ ਕੀਤਾ, ਕਿਉਂਕਿ ਮੈਨੂੰ ਘਰ ਲਈ ਤਾਂ ਮੈਨੂੰ ਚਾਹੀਦਾ ਨਹੀਂ, ਮੇਰੀ ਰੋਟੀ ਤਾਂ ਚੱਲਦੀ ਠੀਕ ਠਾਕ, ਔਰ ਮੈਂ ਕੰਮਾਂ ਕਰਕੇ ਹੀ। ਪਰ ਹੁਣ ਮੈਂ ਆਪਦੇ ਫਾਦਰ ਦੇ ਅੰਡਰ ਹੀ ਮੈਂ ਕੰਮ ਕਰਦੀ ਸੀ ਹਮੇਸ਼ਾ, ਇਸੇ ਕਰਕੇ ਮੈਨੂੰ ਐਕਸਪੈਲ ਕੀਤਾ ਗਿਆ ਕਿਉਂਕਿ ਮੇਰੇ ਫਾਦਰ ਦਾ ਉੱਥੇ ਜਾਣ ਦੀ ਮੈਨੂੰ ਸਜ਼ਾ ਮਿਲੀ। ਮੈਂ 6 ਸਾਲ ਤੋਂ ਘਰੇ ਬੈਠੀ, ਜੋ ਮੇਰੇ ਪਿਤਾ ਨੇ ਪੂਰਤ ਪਾਇਆ ਕਿ ਲੋਕਾਂ ਦੀ ਸੇਵਾ ਕਰਦੀ, ਮੈਂ ਸੇਵਾ ਕਰ ਰਹੀ ਸੀ। ਪਰ ਹੁਣ ਕਿਤੇ ਨਾ ਕਿਤੇ ਜਾ ਕੇ ਮੈਂ ਇੰਡੀਪੈਂਡੈਂਟ ਹੋ ਗਈ। ਸ਼ਾਇਦ ਕਦੇ-ਕਦੇ ਮਾਪਿਆਂ ਨੂੰ ਬੜਾ ਸ਼ੌਕ ਲੱਗਦਾ ਕਿ ਬੱਚਾ ਅਚਾਨਕ ਇੰਡੀਪੈਂਡੈਂਟ ਹੋ ਗਿਆ। ਮੈਂ ਬੱਚੀ ਨਹੀਂ ਹਾਂ, ਹੁਣ ਮੈਂ ਗ੍ਰੈਂਡ ਮਦਰ ਵੀ ਬਣ ਗਈ ਹਾਂ। ਸੋ ਮੈਂ ਕਿਹਾ ਮੇਰਾ ਸਭ ਤੋਂ ਬੈਸਟ ਡਿਸੀਜਨ ਹੈ। ਠੀਕ ਹੈ, ਪਰ ਪਿਤਾ ਨਾਲ ਗੱਲ ਕਰ ਲੈਣੀ ਚਾਹੀਦੀ ਸੀ ਪਹਿਲਾਂ, ਕਿਉਂਕਿ ਇਹਨਾਂ ਤਜਰਬਾ ਉਹਨਾਂ ਦਾ, ਔਰ ਉਹਨਾਂ ਦੇ ਨਾਲ ਤੁਸੀਂ ਪੋਲਿਟਿਕਸ ਵੀ ਕੀਤੀ ਹੈ। ਨਹੀਂ, ਪੋਲੀਟੀਕਲੀ ਆਏ ਨਹੀਂ ਹੁੰਦਾ, ਪੋਲੀਟੀਕਲੀ ਇੰਜ ਹੀ ਹੁੰਦਾ ਜਿਵੇਂ ਮੈਂ ਕੀਤਾ। ਠੀਕ ਹੈ, ਮਤਲਬ ਹੁਣ ਗੱਲਬਾਤ ਹੁੰਦੀ ਹੈ, ਪਰਿਵਾਰ ਦੇ ਇਨ ਟੱਚ ਹੈਗੇ ਹੋ, ਮਾਤਾ ਪਿਤਾ ਦੇ ਨਾਲ ਗੱਲਬਾਤ ਹੁੰਦੀ ਹੈ? ਮੈਂ ਆਪਦੀ ਮਦਰ ਨੂੰ ਵੀ ਸੰਭਾਲਦੀ ਹਾਂ। ਉਹਨਾਂ ਕੋਲੇ, ਮੇਰੇ ਪੇਰੈਂਟਸ ਦੇ ਕੋਲੇ ਹੋਰ ਕੋਈ ਬੱਚਾ ਨਹੀਂ ਹੈ ਇੱਥੇ। ਮੇਰੇ ਦੋਨੇ ਭੈਣ ਭਰਾ ਕੈਨੇਡਾ ਰਹਿੰਦੇ ਆ, ਇੱਕ ਅਮਰੀਕਾ ਰਹਿੰਦਾ, ਸੋ ਮੈਂ ਹੀ ਹਾਂ। ਪਰ ਠੀਕ ਆ, ਗੁੱਸਾ ਮੇਰੇ ਪਿਤਾ ਦਾ ਆਪਣੀ ਜਗ੍ਹਾ ਤੇ ਜਾਇਜ਼ ਸੀਗਾ। ਠੀਕ ਹੈ, ਫਿਰ ਬੀਜੇਪੀ ਨੂੰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਬੀਜੇਪੀ ਦੀ ਸਿਚੁਏਸ਼ਨ ਨੂੰ ਕਿੱਥੇ ਖੜਾ ਦੇਖਦੇ ਹੋ? ਠੀਕ ਹੈ, ਕਿਉਂਕਿ ਇਸ ਵਕਤ ਪੰਜਾਬ 'ਚ ਅਰਾਜਕਤਾ ਫੈਲੀ ਹੋਈ ਆ ਕਿ ਜਿਹੜੇ ਲੋਕ ਆ ਉਹ ਅੱਕ ਗਏ ਆ ਪੋਲੀਟੀਸ਼ੀਅਨਾਂ ਤੋਂ। ਦੇਖੋ, ਬੀਜੇਪੀ ਨੇ ਤਾਂ ਇੰਡੀਪੈਂਡੈਂਟ ਰਾਜ ਨਹੀਂ ਕੀਤਾ ਕਿ ਲੋਕਾਂ ਨਾਲ ਧੋਖਾ ਕੀਤਾ ਹੋਵੇ। ਬੀਜੇਪੀ ਤਾਂ ਕੋਲੀਜਨ 'ਚ ਸੀਗੀ ਜਿਸ ਗਵਰਨਮੈਂਟ ਦੇ, ਉਹਦੇ ਵਿੱਚ ਸਾਡਾ ਬੀਜੇਪੀ ਦੇ 23 ਸੀਟਾਂ ਸੀਗੀਆਂ, ਕੁਝ ਜ਼ਿਆਦਾ ਤਹਿਨੀਆਂ 'ਚ 17 ਕੁ ਲੋਕ ਜਿੱਤੇ ਹੋਏ ਸਨ। ਔਰ ਸਾਰਾ ਰਾਜ ਤਾਂ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਫਾਈਨੈਂਸ ਮਿਨਿਸਟਰ, ਵੱਡੇ ਵੱਡੇ ਅਹੁਦੇ ਤਾਂ ਸਾਰੇ ਅਕਾਲੀ ਦਲ ਕੋਲੇ ਸੀਗੇ। ਤਾਂ ਹੁਣ ਵੀ ਲੋਕੀ ਬੀਜੇਪੀ ਨੂੰ ਮੌਕਾ ਦੇਣਗੇ ਔਰ ਦੇਖਣਗੇ ਕਿ ਅਸੀਂ ਕਿਵੇਂ ਉਹਨਾਂ ਦੀ ਹੈਲਪ ਕਰਦੇ ਹਾਂ, ਕਿਵੇਂ ਮਦਦ ਕਰਦੇ ਹਾਂ। ਲੋਕ ਤਾਂ ਪਿੰਡਾਂ 'ਚ ਵੜਨ ਨਹੀਂ ਦੇ ਰਹੇ ਬੀਜੇਪੀ ਵਾਲਿਆਂ ਨੂੰ। ਕਿਸਾਨ ਮੋਰਚੇ ਨੇ ਵੀ ਐਲਾਨ ਕੀਤਾ ਕਿ ਬਾਕੀ ਪਾਰਟੀਆਂ ਨੂੰ ਰਹਿਣ ਦਿਓ, ਘਿਰਾ ਨਾ ਕਰੋ, ਇਕੱਲੇ ਬੀਜੇਪੀ ਵਾਲਿਆਂ ਦਾ ਘਿਰਾ ਕਰੋ। ਇਸ ਸਮੇਂ ਦੇ ਵਿੱਚ ਇਹੋ ਜਿਹੇ ਮਤਲਬ ਸਟੇਟਮੈਂਟਸ ਵੀ ਆ ਰਹੀਆਂ ਨੇ ਕਿਸਾਨ ਮੋਰਚੇ ਵੱਲੋਂ, ਤਾਂ ਫਿਰ ਬੀਜੇਪੀ ਕਿੱਦਾਂ ਐਕਸਪੈਂਡ ਕਰੇਗੀ? ਦੇਖੋ, ਜਿਹੜਾ ਮੈਂ ਕਹਿੰਦੀ ਕਿਤੇ ਨਾ ਕਿਤੇ ਫਿਰ ਪਹਿਲਾਂ ਤਾਂ ਲੋਕ, ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਲੋਕ ਕਿਸੇ ਵੀ ਪਾਰਟੀ ਨੂੰ ਅੰਦਰ ਨਹੀਂ ਜਾਣ ਦਿੰਦੇ। ਲੋਕ ਜਿਹੜੇ ਹੈਗੇ ਆ, ਉਹ ਮੈਂ ਤੁਹਾਨੂੰ ਕਿਹਾ ਵੀ ਬਹੁਤ ਉਹਨਾਂ ਨੂੰ ਅਨਸੈਟੀਸਫਾਈਡ ਹੈਗੇ ਆ। ਉਹ ਕਿਤੇ ਨਾ ਕਿਤੇ ਥੱਕ ਚੁੱਕੇ ਆ ਹਰ ਚੀਜ਼ ਤੋਂ। ਪਰ ਬੀਜੇਪੀ ਜਦੋਂ ਚੋਣਾਂ ਨੇੜੇ ਆਉਣਗੀਆਂ, ਅਸੀਂ ਇਹ ਮੈਨੂੰ ਲੱਗਦਾ, ਪੂਰਾ ਮੈਨੂੰ ਯਕੀਨ ਆ ਕਿ ਜਿਹੜਾ ਮਸਲਾ ਹੈਗਾ ਉਦੋਂ ਤੱਕ ਹੱਲ ਹੋ ਜਾਊਗਾ। ਜਦੋਂ ਹੱਲ ਹੋ ਜਾਊਗਾ ਤਾਂ ਫਿਰ ਅਸੀਂ ਵੀ ਨਾਰਮਲੀ ਜਾਵਾਂਗੇ। ਹੱਲ ਹੋ ਜਾਊਗਾ ਲੱਗਦਾ ਮਸਲਾ? ਗੁਰੂ ਮਹਾਰਾਜ ਤੇ ਵਿਸ਼ਵਾਸ ਰੱਖਣਾ ਚਾਹੀਦਾ ਔਰ ਹੱਲ ਹੋਣਾ ਚਾਹੀਦਾ, ਹੱਲ ਹੋਏਗਾ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ। ਅਮਨਜੋਤ ਕੌਰ ਰਾਮੂਵਾਲੀਆ ਸਾਡੇ ਨਾਲ ਮੌਜੂਦ ਸਨ। ਅਕਾਲੀ ਦਲ ਦੇ ਵਿੱਚ ਲੰਬਾ ਸਮਾਂ ਰਹੇ, ਫਿਰ ਉਸ ਤੋਂ ਬਾਅਦ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਤਾਂ ਬਲਵੰਤ ਸਿੰਘ ਰਾਮੂਵਾਲੀਆ ਉਹਨਾਂ ਨੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ। ਪਰ ਅਮਨਜੋਤ ਕੌਰ ਰਾਮੂਵਾਲੀਆ ਕਹਿੰਦੇ ਕਿ ਸਭ ਚੀਜ਼ਾਂ ਠੀਕ ਨੇ, ਮੈਂ ਇੰਡੀਪੈਂਡੈਂਟ ਹੋਣਾ ਸੀਗਾ, ਇਸ ਕਰਕੇ ਸ਼ਾਇਦ ਮਾਤਾ ਪਿਤਾ ਨੂੰ ਸ਼ੌਕ ਲੱਗਿਆ ਹੋਵੇਗਾ, ਉਹਨਾਂ ਨੂੰ ਝਟਕਾ ਲੱਗਿਆ ਹੋਵੇਗਾ ਕਿ ਇੱਕਦਮ ਬੇਟੀ ਇੰਡੀਪੈਂਡੈਂਟ ਹੋ ਗਈ ਹੈ। ਖੈਰ, ਹੁਣ ਕਹਿ ਰਹੇ ਨੇ ਕਿ ਬੀਜੇਪੀ ਦੇ ਨਾਲ ਜੁੜੇ ਆ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਤੋਂ ਖਾਸੇ ਪ੍ਰਭਾਵਿਤ ਨੇ, ਬੀਜੇਪੀ ਦੀ ਵਿਚਾਰਧਾਰਾ ਤੋਂ। ਕਹਿੰਦੇ ਕਿ ਮੈਂ ਪ੍ਰਭਾਵਿਤ ਹੋ ਕੇ ਬੀਜੇਪੀ 'ਚ ਆਈ ਹਾਂ, ਤੇ ਨਾਲ ਹੀ ਇਹ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਚੀਜ਼ਾਂ ਠੀਕ ਹੁੰਦੀਆਂ ਨਜ਼ਰ ਆਉਣਗੀਆਂ। ਕੈਮਰਾ ਪਰਸਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।